ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਆਗਮਨ 1 ਅਪ੍ਰੈਲ ਸਨ 1621 ਅਤੇ 19 ਮਘਰ ਸੁਦੀ 2 ਸੰਮਤ 1628 ਬਿਕਰਮੀ ਦਿਨ ਐਤਵਾਰ ਡੇਢ ਪਹਿਰ ਰਾਤ ਰਹਿੰਦੀ ਅੰਮ੍ਰਿਤਸਰ ਵਿੱਚ ਹੋਇਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅਤੇ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਪ੍ਰਗਟ ਹੋਏ। ਬਾਲਾ ਪ੍ਰੀਤਮ ਤੇਗ ਬਹਾਦਰ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਜੀ ਦਾ ਪਹਿਲਾ ਨਾਮ ਤਿਆਗਮਲ ਸੀ। ਬਾਲ ਤੇਗ ਬਹਾਦਰ ਸਾਹਿਬ ਜੀ 9 ਸਾਲ ਤੱਕ ਅੰਮ੍ਰਿਤਸਰ ਵਿੱਚ ਆਪਣੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਰਹੇ। 6ਵੇਂ ਪਾਤਸ਼ਾਹ ਬਾਲਕ ਤੇਗ ਬਹਾਦਰ ਜੀ ਦੀਆਂ ਬਾਲ ਲੀਲਾਵਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸਨ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਦਾ ਸੁਭਾਅ ਬਚਪਨ ਵਿੱਚ ਹੀ ਬੜਾ ਉਦਾਰਤਾ ਭਰਿਆ ਸੀ। ਉਹਨਾਂ ਕੋਲੋਂ ਜਦੋਂ ਵੀ ਕੋਈ ਕੁਝ ਮੰਗਣ ਆਉਂਦਾ ਬਾਲ ਸਤਿਗੁਰੂ ਜੀ ਝੱਟ ਉਸੇ ਵੇਲੇ ਹੀ ਉਸ ਨੂੰ ਦੇ ਦਿੰਦੇ। ਕਦੇ ਕਿਸੇ ਨੂੰ ਖਾਲੀ ਨਹੀਂ ਸਨ ਮੋੜਦੇ। ਕਿਸੇ ਵੀ ਸੰਸਾਰਕ ਵਸਤੂ ਨਾਲ ਉਹਨਾਂ ਦਾ ਰੱਤਾ ਜਿੰਨਾ ਵੀ ਮੋਹ ਨਹੀਂ ਸੀ। ਬਾਲ ਸਤਿਗੁਰੂ ਤੇਗ ਬਹਾਦਰ ਜੀ ਦੀ ਉਮਰ ਅਜੇ ਜਦੋਂ 6 ਸਾਲ ਦੀ ਹੀ ਸੀ ਤਾਂ ਉਸ ਵੇਲੇ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਤੈਅ ਹੋ ਗਈ। ਮਾਤਾ ਨਾਨਕੀ ਜੀ ਨੇ ਬਾਲਕ ਤੇਗ ਬਹਾਦਰ ਜੀ ਨੂੰ ਬਹੁਤ ਸੁੰਦਰ ਕੀਮਤੀ ਬਸਤਰ ਅਤੇ ਗਹਿਣੇ ਬਣਵਾ ਕੇ ਦਿੱਤੇ। ਜਦ ਸ਼੍ਰੀ ਤੇਗ ਬਹਾਦਰ ਜੀ ਨੇ ਬਸਤਰ ਤੇ ਗਹਿਣੇ ਪਹਿਨੇ ਤਾਂ ਇਹਨਾਂ ਨੂੰ ਬਹੁਤ ਹੀ ਫੱਬੇ। ਸ਼ਾਦੀ ਮੌਕੇ ਬਾਲ ਸਤਿਗੁਰੂ ਬਹੁਤ ਸੁੰਦਰ ਲੱਗ ਰਹੇ ਸਨ। 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਨਾਨਕੀ ਜੀ, ਸਾਰਾ ਪਰਿਵਾਰ ਤੇ ਰਿਸ਼ਤੇਦਾਰ ਉਹਨਾਂ ਨੂੰ ਸੁੰਦਰ ਸਜੇ ਦੇਖ ਦੇਖ ਕੇ ਅਤੇ ਉਹਨਾਂ ਨਾਲ ਬਚਨ ਕਰ ਕਰਕੇ ਬਹੁਤ ਖੁਸ਼ ਹੋ ਰਹੇ ਸਨ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਵੀ ਇਸ ਖੁਸ਼ੀ ਦੇ ਮੌਕੇ ਸਾਰਿਆਂ ਨਾਲ ਬਚਨ ਕਰਕੇ ਹੱਸ ਰਹੇ ਸਨ। ਇਸ ਸ਼ਾਦੀ ਦੇ ਖੁਸ਼ੀ ਦੇ ਅਵਸਰ ਮੌਕੇ ਇੱਕ ਗਰੀਬ ਬ੍ਰਾਹਮਣ ਗੁਰੂ ਕੇ ਮਹਿਲਾਂ ਦੇ ਵਿਹੜੇ ਵਿੱਚ ਆ ਕੇ ਬਾਲ ਸਤਿਗੁਰੂ ਜੀ ਦੇ ਸਾਹਮਣੇ ਖੜੋ ਗਿਆ। ਬਾਲਕ ਤੇਗ ਬਹਾਦਰ ਜੀ ਨੂੰ ਗੁਰੂ ਪੁੱਤਰ ਜਾਣ ਕੇ ਬ੍ਰਾਹਮਣ ਇਹਨਾਂ ਤੋਂ ਹੀ ਕੁਝ ਦੇਣ ਲਈ ਮੰਗਣ ਲੱਗ ਪਿਆ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਇੰਨੇ ਉਦਾਰ ਚਿੱਤ, ਕਿਰਪਾਲੂ ਅਤੇ ਦਿਆਲੂ ਸੁਭਾਅ ਦੇ ਮਾਲਕ ਸਨ ਕਿ ਉਸੇ ਵੇਲੇ ਆਪਣੇ ਸਭ ਕੀਮਤੀ ਬਸਤਰ ਅਤੇ ਗਹਿਣੇ ਉਤਾਰ ਕੇ ਉਸ ਗਰੀਬ ਬ੍ਰਾਹਮਣ ਨੂੰ ਦੇ ਦਿੱਤੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪਿਤਾ ਜੀ ਇਹ ਸਭ ਕੌਤਕ ਦੇਖ ਰਹੇ ਸਨ। ਖੁਸ਼ ਹੁੰਦਿਆਂ ਬਾਲ ਸਤਿਗੁਰੂ ਤੇਗ ਬਹਾਦਰ ਜੀ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਤੇ ਸਭ ਦੇ ਸਾਹਮਣੇ ਬਚਨ ਕੀਤਾ। ਬਾਲ ਤੇਗ ਬਹਾਦਰ ਜੀ ਇੱਕ ਸੱਚੇ ਗੁਰੂ, ਸੱਚੇ ਸੰਤ, ਧਰਮ ਰੱਖਿਅਕ ਅਤੇ ਹਿੰਦੁਸਤਾਨ ਦੇ ਧਰਮ ਨੂੰ ਬਚਾਉਣ ਵਾਲੇ ਹਿੰਦ ਦੀ ਚਾਦਰ ਹੋਣਗੇ। ਬਾਲਕ ਤੇਗ ਬਹਾਦਰ ਜੀ ਦੀ ਉਮਰ ਥੋੜੀ ਹੋਰ ਵਧੀ ਤਾਂ ਉਹਨਾਂ ਨੇ ਆਪਣੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖ ਰੇਖ ਵਿੱਚ ਗੁਰਮਤਿ ਵਿੱਦਿਆ, ਲਿਖਾਈ, ਪੜ੍ਹਾਈ ਅਤੇ ਸ਼ਸਤਰ ਵਿੱਦਿਆ ਸਿੱਖਣੀ ਸ਼ੁਰੂ ਕਰ ਦਿੱਤੀ। ਬਾਲ ਤੇਗ ਬਹਾਦਰ ਜੀ ਜਨਮ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਸਨ। ਬਹੁਤ ਜਲਦ ਉਹਨਾਂ ਨੇ ਸਾਰੀਆਂ ਵਿੱਦਿਆਵਾਂ ਬੜੀ ਨਿਪੁੰਨਤਾ ਨਾਲ ਸਿੱਖ ਲਈਆਂ। ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਵਿੱਚ ਉਹਨਾਂ ਨੇ ਮੁਹਾਰਤ ਹਾਸਲ ਕਰ ਲਈ ਸੀ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਜਿਉਂ-ਜਿਉਂ ਵੱਡੇ ਹੁੰਦੇ ਗਏ ਉਹ ਹੋਰ ਵੀ ਸੰਤ ਸਰੂਪ, ਵਿਚਾਰਵਾਨ, ਬਹਾਦਰ, ਨਿਰਭੈ ਅਤੇ ਤਿਆਗ ਬਿਰਤੀ ਵਾਲੇ ਹੋ ਗਏ ਸਨ। 10 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਹਨਾਂ ਨੇ ਗੁਰਮਤਿ ਵਿੱਚ ਪਰਪੱਕਤਾ ਹਾਸਲ ਕਰ ਲਈ ਸੀ। ਆਪ ਜੀ ਨੇ ਸ਼ਸਤਰਾਂ ਅਤੇ ਤਲਵਾਰ ਚਲਾਉਣ ਵਿੱਚ ਅਤੇ ਲੜਾਈ ਵਿੱਚ ਜਿੱਤ ਪ੍ਰਾਪਤ ਕਰਨ ਲਈ ਸਾਰੇ ਗੁਰ ਸਿੱਖ ਲਏ ਸਨ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਘੋੜਸਵਾਰੀ ਦਾ ਅਭਿਆਸ ਹਰ ਰੋਜ਼ ਕਰਿਆ ਕਰਦੇ ਸਨ। ਇੱਕ ਵਾਰ ਬਾਲ ਸਤਿਗੁਰੂ ਘੋੜਸਵਾਰੀ ਦਾ ਅਭਿਆਸ ਕਰਦੇ ਕਰਦੇ ਘਰ ਤੋਂ ਥੋੜਾ ਦੂਰ ਚਲੇ ਗਏ। ਰਸਤੇ ਵਿੱਚ ਇਹਨਾਂ ਨੂੰ ਇੱਕ ਭੂਖਣ ਨਾਂ ਦਾ ਵਿਅਕਤੀ ਮਿਲਿਆ। ਭੂਖਣ ਬਾਲ ਤੇਗ ਬਹਾਦਰ ਜੀ ਦੇ ਰਸਤੇ ਵਿੱਚ ਦੋਵੇਂ ਹੱਥ ਜੋੜ ਕੇ ਖੜਾ ਸੀ। ਭੂਖਣ ਨੂੰ ਰਸਤੇ ਵਿੱਚ ਖੜਾ ਦੇਖ ਕੇ ਬਾਲਾ ਪ੍ਰੀਤਮ ਰੁਕ ਗਏ ਤੇ ਘੋੜੇ ਤੋਂ ਉਤਰ ਗਏ। ਭੂਖਣ ਬਹੁਤ ਗਰੀਬ ਵਿਅਕਤੀ ਸੀ। ਉਸਨੇ ਬਾਲ ਤੇਗ ਬਹਾਦਰ ਜੀ ਨੂੰ ਕੁਝ ਦੇਣ ਦੀ ਮੰਗ ਕੀਤੀ। ਕਿਰਪਾਲੂ ਬਾਲਾ ਪ੍ਰੀਤਮ ਤੇਗ ਬਹਾਦਰ ਜੀ ਨੇ ਭੂਖਣ ਨੂੰ ਆਖਿਆ
ਕਿ ਇਸ ਵੇਲੇ ਤਾਂ ਸਾਡੇ ਕੋਲ ਇਹ ਘੋੜਾ, ਪਹਿਨੇ ਹੋਏ ਬਸਤਰ ਅਤੇ ਸ਼ਸਤਰ ਹੀ ਹਨ, ਸੋ ਤੂੰ ਇਹ ਸਭ ਕੁਝ ਲੈ ਲੈ। ਬੇਪਰਵਾਹ ਮਹਾਦਾਨੀ ਤੇ ਤਿਆਗੀ ਪਾਤਸ਼ਾਹ ਜੀ ਨੇ ਆਪਣਾ ਘੋੜਾ, ਬਸਤਰ ਅਤੇ ਸ਼ਸਤਰ ਸਭ ਕੁਝ ਉਸ ਭੁੱਖਣ ਨੂੰ ਦੇ ਦਿੱਤਾ ਅਤੇ ਆਪ ਪੈਦਲ ਚੱਲ ਕੇ ਘਰ ਆ ਗਏ। ਇਸ ਤਰ੍ਹਾਂ ਬਾਲਾ ਪ੍ਰੀਤਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੀਰਤੀ ਦੂਰ ਦੂਰ ਤੱਕ ਫੈਲ ਗਈ। ਸੰਨ 1634 ਵਿੱਚ ਬਾਲ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਗਏ। ਇਸੇ ਸਾਲ ਹੀ ਇਹਨਾਂ ਦੀ ਸ਼ਾਦੀ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਮਾਤਾ ਗੁਜਰ ਕੌਰ ਜੀ ਨਾਲ ਹੋ ਗਈ। ਬਾਲ ਤੇਗ ਬਹਾਦਰ ਜੀ ਹਮੇਸ਼ਾ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਸਨ। ਤੇਗ ਦੇ ਧਨੀ ਹੋਣ ਕਾਰਨ ਜਦ ਕਰਤਾਰਪੁਰ ਸਾਹਿਬ ਵਿਖੇ ਚੌਥੀ ਜੰਗ ਹੋਈ ਤਾਂ ਬਾਲਾ ਪ੍ਰੀਤਮ ਤੇਗ ਬਹਾਦਰ ਜੀ ਨੇ ਤਲਵਾਰ ਦੇ ਐਸੇ ਜੌਹਰ ਦਿਖਾਏ ਜਿਸ ਨੂੰ ਦੇਖ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਇਹਨਾਂ ਦਾ ਪਹਿਲਾ ਨਾਂ ਤਿਆਗਮਲ ਤੋਂ ਬਦਲ ਕੇ ਸ੍ਰੀ ਤੇਗ ਬਹਾਦਰ ਜੀ ਰੱਖ ਦਿੱਤਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਲਾ ਪ੍ਰੀਤਮ ਸ੍ਰੀ ਤੇਗ ਬਹਾਦਰ ਜੀ ਕਰਤਾਰਪੁਰ ਦੀ ਜੰਗ ਵੇਲੇ ਤੱਕ ਨਾਲ ਸਨ। ਲੜਾਈ ਵਿੱਚ ਬਾਲ ਸ੍ਰੀ ਤੇਗ ਬਹਾਦਰ ਜੀ ਨੇ ਬਹਾਦਰੀ ਦੇ ਖੂਬ ਜੌਹਰ ਦਿਖਾਏ ਸਨ। ਲੜਾਈ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਜੀ ਕੀਰਤਪੁਰ ਸਾਹਿਬ ਚਲੇ ਗਏ। ਬਾਲ ਸ੍ਰੀ ਤੇਗ ਬਹਾਦਰ ਜੀ ਪਿਤਾ ਜੀ ਦੀ ਆਗਿਆ ਮੰਨ ਕੇ ਆਪਣੀ ਮਾਤਾ ਨਾਨਕੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ। ਉਸ ਸਮੇਂ ਬਾਲਾ ਪ੍ਰੀਤਮ ਸ੍ਰੀ ਤੇਗ ਬਹਾਦਰ ਜੀ ਦੀ ਉਮਰ ਲਗਭਗ 14 ਸਾਲ ਦੀ ਸੀ। ਬਾਲਕ ਸ੍ਰੀ ਤੇਗ ਬਹਾਦਰ ਜੀ ਦੇ ਨਾਨਾ ਜੀ ਸ੍ਰੀ ਨਾਰਾਇਣ ਦਾਸ ਜੀ ਉਸ ਇਲਾਕੇ ਦੇ ਬਹੁਤ ਵੱਡੇ ਸ਼ਾਹੂਕਾਰ ਸਨ। ਸ੍ਰੀ ਨਾਰਾਇਣ ਦਾਸ ਜੀ ਆਪਣੀ ਪੁੱਤਰੀ ਮਾਤਾ ਨਾਨਕੀ ਜੀ ਅਤੇ ਬਾਲ ਤੇਗ ਬਹਾਦਰ ਜੀ ਦੋਤੇ ਦੇ ਪਿੰਡ ਬਕਾਲੇ ਆਉਣ ਤੇ ਬਹੁਤ ਖੁਸ਼ ਹੋਏ। ਉਹਨਾਂ ਨੇ ਇਹਨਾਂ ਦੇ ਆਉਣ ਤੇ ਬਹੁਤ ਖੁਸ਼ੀ ਮਨਾਈ। ਬਾਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ ਪਿੰਡ ਬਕਾਲੇ ਆਉਣ ਤੋਂ ਪਹਿਲਾਂ ਹੋ ਚੁੱਕੀ ਸੀ, ਪਰ ਸਤਿਗੁਰਾਂ ਨੂੰ ਜਨਮ ਤੋਂ ਹੀ ਅਕਾਲ ਪੁਰਖ ਦੇ ਸਿਮਰਨ ਦਾ ਚਾਅ ਲੱਗਾ ਰਹਿੰਦਾ ਸੀ। ਬਾਲਾ ਪ੍ਰੀਤਮ ਸ੍ਰੀ ਤੇਗ ਬਹਾਦਰ ਜੀ ਇੱਕ ਕਮਰੇ ਵਿੱਚ ਬੈਠ ਦਿਨ ਰਾਤ ਉਸ ਅਕਾਲ ਪੁਰਖ ਦੀ ਬੰਦਗੀ ਵਿੱਚ ਲੀਨ ਰਹਿੰਦੇ ਸਨ। ਖਾਣ ਪੀਣ ਪਹਿਨਣ ਤੇ ਆਪਣੇ ਮਾਣ ਦਾ ਉਹਨਾਂ ਨੂੰ ਰਤਾ ਵੀ ਖਿਆਲ ਨਾ ਫੁਰਦਾ। ਬਾਲਕ ਤੇਗ ਬਹਾਦਰ ਜੀ ਦੇ ਨਾਨਾ ਸ੍ਰੀ ਨਾਰਾਇਣ ਦਾਸ ਜੀ ਉਹਨਾਂ ਦੀ ਬਹੁਤ ਸੇਵਾ ਕਰਦੇ। ਉਹਨਾਂ ਦਾ ਖਿਆਲ ਰੱਖਣ ਅਤੇ ਸੇਵਾ ਲਈ ਨੌਕਰ ਰੱਖ ਦਿੱਤੇ ਸਨ। ਨੌਕਰਾਂ ਨੂੰ ਹਦਾਇਤ ਕੀਤੀ ਸੀ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਬਾਲਾ ਪ੍ਰੀਤਮ ਆਪਣੇ ਕਮਰੇ ਵਿੱਚ ਬੈਠ ਕੇ ਭਗਤੀ ਵਿੱਚ ਇੰਨੇ ਲੀਨ ਹੁੰਦੇ ਸਨ ਕਿ ਨੌਕਰ ਉਹਨਾਂ ਸਾਹਮਣੇ 10-10 ਵਾਰ ਭੋਜਨ ਗਰਮ ਕਰਕੇ ਲਿਆ ਕੇ ਅੱਗੇ ਰੱਖਦੇ ਤੇ ਭੋਜਨ ਛਕਣ ਲਈ ਬੇਨਤੀ ਕਰਦੇ, ਤਾਂ ਜਾ ਕੇ ਕਿਤੇ ਭੋਜਨ ਛਕਦੇ, ਨਹੀਂ ਤਾਂ ਨੇਤਰ ਬੰਦ ਕਰਕੇ ਭਗਤੀ ਵਿੱਚ ਹੀ ਲੀਨ ਰਹਿੰਦੇ ਸਨ। ਬਾਲਕ ਤੇਗ ਬਹਾਦਰ ਜੀ ਦੇ ਇਸ ਤਰ੍ਹਾਂ ਰਾਤ ਦਿਨ ਇੱਕ ਹੀ ਕਮਰੇ ਵਿੱਚ ਬੈਠ ਕੇ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਰਹਿਣ ਦੀ ਗੱਲ ਸਾਰੇ ਇਲਾਕੇ ਵਿੱਚ ਫੈਲ ਗਈ। ਬਾਲ ਸਤਿਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਸੰਗਤਾਂ ਪਿੰਡ ਬਕਾਲੇ ਪਹੁੰਚਣ ਲੱਗੀਆਂ। ਇਲਾਕੇ ਦੀਆਂ ਸੰਗਤਾਂ ਨੂੰ ਇਹ ਵੀ ਪਤਾ ਸੀ ਕਿ ਬਾਲਕ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ। ਬਾਲਾ ਪ੍ਰੀਤਮ ਦੇ ਨਾਨਾ ਜੀ ਆਈਆਂ ਸੰਗਤਾਂ ਨੂੰ ਲੰਗਰ ਛਕਾਉਂਦੇ ਸਨ। ਬਾਲ ਤੇਗ ਬਹਾਦਰ ਜੀ ਦਿਨ ਵਿੱਚ ਇੱਕ ਅੱਧੀ ਵਾਰ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਦੇ। ਉਸ ਸਮੇਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਕੇ ਅਤੇ ਬਚਨ ਬਿਲਾਸ ਕਰਕੇ ਨਿਹਾਲ ਹੋ ਜਾਂਦੀਆਂ ਸਨ। ਬਾਲਾ ਪ੍ਰੀਤਮ ਸਤਿਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਜੀਵਨ ਹੀ ਐਸਾ ਬੰਦਗੀ ਭਰਪੂਰ ਸੀ ਕਿ ਇਸ ਤਰ੍ਹਾਂ ਦਾ ਬਚਪਨ ਦਾ ਜੀਵਨ ਕਿਸੇ ਹੋਰ ਦਾ ਨਹੀਂ ਹੋਇਆ। ਨਾ ਹੀ ਕੋਈ ਐਸੀ ਲਿਖਤ ਮਿਲਦੀ ਹੈ ਜਿਸ ਵਿੱਚ ਕਿਸੇ ਮਹਾਂਪੁਰਖ ਦੇ ਬਚਪਨ ਦਾ ਐਸਾ ਜੀਵਨ ਹੋਵੇ। ਕੁਝ ਸਮੇਂ ਬਾਅਦ ਸਤਿਗੁਰਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ ਵੀ ਇਸ ਪਿੰਡ ਬਕਾਲੇ ਆ ਗਏ। ਮਾਤਾ ਗੁਜਰ ਕੌਰ ਜੀ ਵੀ ਬਾਲ ਸਤਿਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਲੱਗ ਗਏ, ਪਰ ਸਤਿਗੁਰਾਂ ਨੂੰ ਭਗਤੀ ਤੋਂ ਸਿਵਾਏ ਕਦੇ ਵੀ ਦੁਨੀਆਦਾਰੀ ਅਤੇ ਸੰਸਾਰ ਦੇ ਕਾਰ ਵਿਹਾਰ ਮਨ ਵਿੱਚ ਆਏ ਨਹੀਂ ਸਨ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਸਹਿਨਸ਼ੀਲਤਾ ਤੇ ਜਰਨ ਦੀ ਐਸੀ ਮਿਸਾਲ ਬਣ ਗਏ ਸਨ ਕਿ ਸਿਮਰਨ ਕਰਦਿਆਂ ਉਹਨਾਂ ਨੂੰ ਆਪਣੇ ਸਰੀਰ ਦੀਆਂ ਜ਼ਰੂਰਤਾਂ ਦਾ ਕਦੇ ਖਿਆਲ ਹੀ ਨਹੀਂ ਸੀ ਹੁੰਦਾ। ਇੱਕ ਵਾਰ ਘਰੋਂ ਬਾਹਰ ਨਿਕਲ ਕੇ
ਖੇਤਾਂ ਵਿੱਚ ਚਲੇ ਗਏ। ਖੇਤਾਂ ਵਿੱਚ ਹੀ ਪ੍ਰਭੂ ਪਰਮਾਤਮਾ ਦੀ ਯਾਦ ਆ ਗਈ ਤੇ ਉੱਥੇ ਹੀ ਖੇਤਾਂ ਵਿੱਚ ਚੌਂਕੜਾ ਮਾਰ ਕੇ ਪ੍ਰਭੂ ਭਗਤੀ ਵਿੱਚ ਲੀਨ ਹੋ ਗਏ। ਬਾਹਰ ਦੀ ਕੋਈ ਸੁੱਧ ਬੁੱਧ ਨਾ ਰਹੀ। ਬਾਲ ਸਤਿਗੁਰੂ ਤੇਗ ਬਹਾਦਰ ਜੀ ਨੂੰ ਐਸੀ ਲੀਨ ਅਵਸਥਾ ਵਿੱਚ ਦੇਖ ਕੇ ਕਿਸੇ ਨੇ ਉਹਨਾਂ ਦੀ ਪਹਿਨੀ ਹੋਈ ਪੁਸ਼ਾਕ ਉਤਾਰ ਲਈ ਅਤੇ ਚਲਾ ਗਿਆ। ਬਾਲ ਸਤਿਗੁਰੂ ਬਿਨਾਂ ਕੱਪੜਿਆਂ ਦੇ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਬੈਠੇ ਰਹੇ। ਇਸੇ ਤਰ੍ਹਾਂ ਇੱਕ ਦਿਨ ਸਵੇਰੇ ਬਾਲ ਸਤਿਗੁਰੂ ਤੇਗ ਬਹਾਦਰ ਜੀ ਦਰਿਆ ਵੱਲ ਚਲੇ ਗਏ। ਦਰਿਆ ਦੇ ਕਿਨਾਰੇ ਪਾਣੀ ਵਿੱਚ ਚੌਂਕੜਾ ਮਾਰ ਕੇ ਅਕਾਲ ਪੁਰਖ ਦੇ ਧਿਆਨ ਵਿੱਚ ਲੀਨ ਹੋ ਗਏ। 5 ਦਿਨ ਤੇ ਰਾਤ ਦਰਿਆ ਦੇ ਝੱਲ ਵਿੱਚ ਧਿਆਨ ਮਗਨ ਬੈਠੇ ਰਹੇ। ਇਸੇ ਸਮੇਂ ਦੌਰਾਨ ਨਾ ਕੁਝ ਖਾਧਾ ਤੇ ਨਾ ਕੁਝ ਪੀਤਾ। 5 ਦਿਨ ਵਿਸਮਾਦ ਅਵਸਥਾ ਵਿੱਚ ਗੁਜ਼ਾਰ ਦਿੱਤੇ। ਕਿਸੇ ਸੰਸਾਰੀ ਵਸਤੂ ਦਾ ਅਤੇ ਭੁੱਖ ਤ੍ਰੇਹ ਦਾ ਮਨ ਵਿੱਚ ਖਿਆਲ ਹੀ ਨਾ ਫੁਰਿਆ। ਮਾਤਾ ਨਾਨਕੀ ਜੀ, ਉਹਨਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ ਅਤੇ ਨਾਨਾ ਸ਼੍ਰੀ ਨਾਰਾਇਣ ਦਾਸ ਜੀ ਨੂੰ ਬੜੀ ਚਿੰਤਾ ਹੋਈ। ਬਾਲ ਸਤਿਗੁਰੂ ਤੇਗ ਬਹਾਦਰ ਜੀ ਨੂੰ ਲੱਭਣ ਲਈ ਨੌਕਰਾਂ ਨੂੰ ਭੇਜਿਆ। ਪਿੰਡ ਵਾਲੀ ਸੰਗਤ ਨੂੰ ਜਦ ਪਤਾ ਲੱਗਾ ਤਾਂ ਉਹ ਵੀ ਬਾਲ ਤੇਗ ਬਹਾਦਰ ਜੀ ਨੂੰ ਭਾਲਣ ਲਈ ਤੁਰ ਪਈ। ਸ਼੍ਰੀ ਨਾਰਾਇਣ ਦਾਸ ਜੀ ਆਪ ਵੀ ਆਪਣੇ ਦੋਤੇ ਦੀ ਭਾਲ ਵਿੱਚ ਤੁਰ ਪਏ। ਬੜੀ ਮਿਹਨਤ ਮੁਸ਼ੱਕਤ ਦੇ ਬਾਅਦ ਬਾਲਾ ਪ੍ਰੀਤਮ ਤੇਗ ਬਹਾਦਰ ਜੀ ਨੂੰ 5 ਦਿਨ ਬਾਅਦ ਦਰਿਆ ਦੇ ਝੱਲ ਵਿੱਚ ਬੈਠਿਆਂ ਪਾਇਆ। ਇਸੇ ਤਰ੍ਹਾਂ ਹੀ ਬਾਲ ਸਤਿਗੁਰੂ ਤੇਗ ਬਹਾਦਰ ਜੀ ਇੱਕ ਦਿਨ ਸਵੇਰੇ ਘਰੋਂ ਬਾਹਰ ਖੇਤਾਂ ਨੂੰ ਨਿਕਲ ਪਏ। ਉਸ ਮੌਸਮ ਵਿੱਚ ਕਿਸਾਨਾਂ ਨੇ ਧਾਨਾਂ ਦੀ ਫਸਲ ਵੱਢ ਕੇ ਝਾੜ ਲਾਈ ਸੀ ਤੇ ਪਰਾਲੀ ਦੇ ਢੇਰ ਖੇਤਾਂ ਦੇ ਬੰਨਿਆਂ ਤੇ ਲਗਾ ਦਿੱਤੇ ਸਨ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਇੱਕ ਪਰਾਲੀ ਦੇ ਢੇਰ ਵਿੱਚ ਵੜ ਗਏ ਤੇ ਪਰਮਾਤਮਾ ਦੀ ਭਗਤੀ ਵਿੱਚ ਮਗਨ ਹੋ ਗਏ। ਜਦ ਬਾਲਕ ਤੇਗ ਬਹਾਦਰ ਜੀ ਸ਼ਾਮ ਤੱਕ ਘਰ ਵਾਪਸ ਨਾ ਆਏ ਤਾਂ ਉਹਨਾਂ ਦੀ ਭਾਲ ਸ਼ੁਰੂ ਹੋਈ। ਇੱਕ ਪਿੰਡ ਦੇ ਬੱਚੇ ਨੇ ਦੱਸਿਆ ਕਿ ਉਸਨੇ ਉਹਨਾਂ ਦੇ ਸਾਹਮਣੇ ਪਰਾਲੀ ਦੇ ਢੇਰ ਵੱਲ ਜਾਂਦੇ ਦੇਖਿਆ ਸੀ। ਜਦ ਪਰਾਲੀ ਨੂੰ ਫਰੋਲਿਆ ਤਾਂ ਦੇਖਿਆ ਬਾਲ ਤੇਗ ਬਹਾਦਰ ਜੀ ਪਰਾਲੀ ਵਿੱਚ ਚੌਂਕੜਾ ਮਾਰ ਕੇ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਸਨ। ਬਾਲਾ ਪ੍ਰੀਤਮ ਸ਼੍ਰੀ ਤੇਗ ਬਹਾਦਰ ਜੀ ਅਕਾਲ ਪੁਰਖ ਦੀ ਭਗਤੀ ਵਿੱਚ ਤਿਆਗ ਤੇ ਵੈਰਾਗ ਦੀ ਮੂਰਤ ਬਣ ਗਏ ਸਨ। ਪਰਮਾਤਮਾ ਦੇ ਮਿਲਣ ਲਈ ਭਗਤੀ ਦਾ ਐਸਾ ਵੈਰਾਗ ਉਹਨਾਂ ਦੇ ਮਨ ਨੂੰ ਲੱਗਾ ਸੀ ਕਿ ਅਕਾਲ ਪੁਰਖ ਦੀ ਭਗਤੀ ਵਿੱਚ ਜਦ ਆਤਮ ਵਿਭੋਰ ਹੋ ਜਾਂਦੇ ਤਾਂ ਉਹਨਾਂ ਦੇ ਨੇਤਰਾਂ 'ਚੋਂ ਜਲ ਵਗਣ ਲੱਗ ਜਾਂਦਾ। ਲਗਾਤਾਰ ਨੇਤਰਾਂ 'ਚੋਂ ਜਲ ਵਗਣ ਨਾਲ ਅੱਖਾਂ ਦੇ ਕੋਹੇ ਗਲਣ ਲੱਗ ਗਏ ਸਨ। ਬਾਲਾ ਪ੍ਰੀਤਮ ਸ਼੍ਰੀ ਤੇਗ ਬਹਾਦਰ ਜੀ ਥੋੜੇ ਹੋਰ ਵੱਡੇ ਹੋ ਗਏ ਸਨ। ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਉਹ ਆਪਣੇ ਕਮਰੇ ਵਿੱਚ ਹੀ ਕਈ ਮਹੀਨੇ ਰਹਿੰਦੇ ਤੇ ਕੋਠੇ 'ਚੋਂ ਬਾਹਰ ਨਾ ਨਿਕਲਦੇ। ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ। ਭਗਤੀ ਕਰਦਿਆਂ ਬਾਲਕ ਤੇਗ ਬਹਾਦਰ ਜੀ ਦੀ ਇਹ ਪਰਮ ਤਿਆਗ ਤੇ ਵੈਰਾਗ ਦੀ ਅਵਸਥਾ ਸੀ। ਉਹਨਾਂ ਦੇ ਨਾਨਾ ਸ਼੍ਰੀ ਨਾਰਾਇਣ ਦਾਸ ਜੀ ਨੇ ਗੁਫਾਨੁਮਾ ਕੋਠਾ ਵੀ ਬਣਾਇਆ ਹੋਇਆ ਸੀ। ਬਾਲ ਤੇਗ ਬਹਾਦਰ ਜੀ ਕਈ ਵਾਰੀ ਉਸ ਕੋਠੇ ਵਿੱਚ ਚਲੇ ਜਾਂਦੇ ਤੇ ਕਈ ਦਿਨ ਬਾਹਰ ਨਹੀਂ ਨਿਕਲਦੇ ਸਨ। ਮਾਤਾ ਨਾਨਕੀ ਜੀ ਬਾਲਾ ਪ੍ਰੀਤਮ ਤੇਗ ਬਹਾਦਰ ਜੀ ਦੇ ਕਮਰੇ ਦੇ ਬਾਹਰ ਬੈਠੇ ਰਹਿੰਦੇ ਸਨ। ਉਹਨਾਂ ਦੇ ਛਕਣ ਲਈ ਸਵੇਰੇ ਦੁਪਹਿਰੇ ਤੇ ਸ਼ਾਮੀ ਭੋਜਨ ਤਿਆਰ ਕਰਕੇ ਲਿਆਉਂਦੇ ਸਨ। ਇਸ ਤਰ੍ਹਾਂ ਸਤਿਗੁਰਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ ਵੀ ਸਾਰਾ ਦਿਨ ਸੇਵਾ ਵਿੱਚ ਲੱਗੇ ਰਹਿੰਦੇ। ਬਾਲ ਸਤਿਗੁਰੂ ਤੇਗ ਬਹਾਦਰ ਜੀ ਦੇ ਨਾਨਾ ਜੀ ਸ਼੍ਰੀ ਨਾਰਾਇਣ ਦਾਸ ਜੀ ਉਹਨਾਂ ਦੇ ਅਕਾਲ ਪੁਰਖ ਦੀ ਭਗਤੀ ਦੀ ਲਗਨ ਤੋਂ ਬਹੁਤ ਖੁਸ਼ ਸਨ। ਇਸ ਲਈ ਉਹ ਵੀ ਬਾਲ ਸਤਿਗੁਰੂ ਜੀ ਦੀ ਸੇਵਾ ਵਿੱਚ ਦਿਨ ਰਾਤ ਜੁਟੇ ਰਹਿੰਦੇ। ਉਹਨਾਂ ਦੇ ਸਿਮਰਨ ਵਿੱਚ ਕੋਈ ਵਿਘਨ ਨਾ ਪਵੇ, ਇਸ ਲਈ ਉਹਨਾਂ ਦਾ ਬੜਾ ਧਿਆਨ ਰੱਖਦੇ ਸਨ। ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਾਲਾ ਪ੍ਰੀਤਮ ਸਤਿਗੁਰੂ ਲਾਗਲੇ ਪਿੰਡਾਂ ਵਿੱਚ ਵੀ ਜਾਇਆ ਕਰਦੇ ਸਨ। ਉਹਨਾਂ ਦੇ ਨਾਨਾ ਜੀ ਵੀ ਉਹਨਾਂ ਨਾਲ ਜਾਂਦੇ ਸਨ। ਉਸ ਸਮੇਂ ਕੁਝ ਮਸੰਦ ਆਪਣੀ ਮਰਜ਼ੀ ਕਰਨ ਲੱਗ ਪਏ ਸਨ। ਦੂਜੇ ਸੋਢੀਆਂ ਨੇ ਉਹਨਾਂ ਨੂੰ ਲਾਲਚ ਦੇ ਕੇ ਆਪਣੇ ਵੱਲ ਕਰ ਲਿਆ ਸੀ। ਇਹਨਾਂ ਦਾ ਪਾਜ ਉਘੇੜਨ ਲਈ ਸਤਿਗੁਰੂ ਲਾਗਲੇ ਪਿੰਡਾਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਜਾਇਆ ਕਰਦੇ ਸਨ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਨੇ ਉਸ ਬਕਾਲੇ ਦੇ ਇਲਾਕੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਬਾਲ ਤੇਗ ਬਹਾਦਰ ਜੀ ਉਸ ਅਕਾਲ ਪੁਰਖ ਦੀ ਬੰਦਗੀ ਕਰਨਾ ਹੀ ਆਪਣੀ ਜ਼ਿੰਦਗੀ ਦਾ ਮੁੱਖ ਮੰਤਵ ਸਮਝਦੇ ਸਨ। ਇਸ ਲਈ ਉਹ ਕਿਸੇ ਨਾਲ ਬਚਨ ਵੀ ਘੱਟ ਹੀ ਕਰਨਾ ਪਸੰਦ ਕਰਦੇ ਸਨ। ਬੇਸ਼ੱਕ ਮਾਤਾ ਨਾਨਕੀ ਜੀ ਉਹਨਾਂ ਦੀ ਦੇਖਭਾਲ ਬਹੁਤ ਕਰਦੇ ਸਨ, ਪਰ ਮਾਤਾ ਗੁਜਰ ਕੌਰ ਤਾਂ ਰਾਤ ਦਿਨ ਉਹਨਾਂ ਦੀ ਸੇਵਾ ਵਿੱਚ ਹੀ ਹਾਜ਼ਰ ਰਹਿੰਦੇ ਸਨ। ਭੋਰੇ ਨੂਮਾ ਉਸ ਕਮਰੇ ਵਿੱਚ
ਜਿੱਥੇ ਬਾਲਾ ਪ੍ਰੀਤਮ ਸਤਿਗੁਰੂ ਤੇਗ ਬਹਾਦਰ ਜੀ ਬੰਦਗੀ ਵਿੱਚ ਲੀਨ ਰਹਿੰਦੇ ਸਨ, ਉਹਨਾਂ ਦੇ ਮਹਿਲ ਮਾਤਾ ਗੁਜਰ ਕੌਰ ਉਸ ਕਮਰੇ ਦੇ ਬਾਹਰ ਬੈਠੇ ਰਹਿੰਦੇ ਸਨ। ਉਡੀਕ ਕਰਦੇ ਰਹਿੰਦੇ ਸਨ ਕਿ ਕਦ ਸਤਿਗੁਰੂ ਜੀ ਕੁਝ ਛਕਣ ਲਈ ਕਹਿਣ ਤੇ ਉਹ ਝੱਟ ਬਣਾ ਕੇ ਹਾਜ਼ਰ ਕਰਨ। ਕਮਰੇ ਦੇ ਬਾਹਰ ਬੈਠੇ ਮਾਤਾ ਗੁਜਰ ਕੌਰ ਜੀ ਨਾਲ ਸਿਮਰਨ ਵਿੱਚ ਲੱਗੇ ਰਹਿੰਦੇ ਸਨ। ਇੱਕ ਦਿਨ ਬਾਲ ਸਤਿਗੁਰੂ ਸ਼੍ਰੀ ਤੇਗ ਬਹਾਦਰ ਜੀ ਸਵੇਰੇ ਘਰੋਂ ਬਾਹਰ ਨਿਕਲੇ। ਸੈਰ ਕਰਦੇ ਕਰਦੇ ਘਰ ਤੋਂ 1 ਮੀਲ ਦੀ ਦੂਰੀ ਤੇ ਚਲੇ ਗਏ। ਉਸ ਸਮੇਂ ਪਿੰਡ ਬਕਾਲੇ ਦੇ ਇਲਾਕੇ ਵਿੱਚ ਗੰਨੇ ਦੀ ਫਸਲ ਬਹੁਤ ਹੋਇਆ ਕਰਦੀ ਸੀ। ਜਿਸ ਖੇਤ ਦੇ ਬੰਨੇ ਤੇ ਬਾਲਾ ਪ੍ਰੀਤਮ ਤੁਰੇ ਜਾ ਰਹੇ ਸਨ, ਉਹ ਗੰਨੇ ਦਾ ਖੇਤ ਉਹਨਾਂ ਦੇ ਦਾਦਾ ਜੀ ਦਾ ਹੀ ਸੀ। ਅਚਾਨਕ ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਦੀ ਭਗਤੀ ਤੇ ਬੈਰਾਗ ਜਾਗ ਪਿਆ। ਬਾਲਾ ਪ੍ਰੀਤਮ ਤੇਗ ਬਹਾਦਰ ਜੀ ਉਸੇ ਵੇਲੇ ਗੰਨੇ ਦੇ ਖੇਤ ਵਿੱਚ ਵੜ ਗਏ ਤੇ ਚੌਂਕੜਾ ਮਾਰ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਏ। ਜਦ ਥੋੜਾ ਦਿਨ ਚੜ੍ਹਿਆ ਤਾਂ 15-20 ਕਾਮੇ ਮਜ਼ਦੂਰ ਉਸ ਖੇਤ ਦੇ ਕਮਾਦ ਨੂੰ ਵੱਢਣ ਤੇ ਛਿੱਲਣ ਵਾਸਤੇ ਆ ਗਏ। ਦੁਪਹਿਰ ਤੱਕ ਉਹ ਕਮਾਦ ਨੂੰ ਵੱਢਦੇ ਖੇਤ ਦੇ ਅੱਧ ਤੱਕ ਪਹੁੰਚ ਗਏ। ਉਹਨਾਂ ਨੇ ਦੇਖਿਆ ਖੇਤ ਦੇ ਵਿਚਕਾਰ ਇੱਕ ਖੋਰੀ ਦਾ ਢੇਰ ਲੱਗਾ ਹੋਇਆ ਹੈ। ਜਦ ਖੋਰੀ ਨੂੰ ਫਰੋਲ ਕੇ ਦੇਖਿਆ ਤਾਂ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਚੌਂਕੜਾ ਮਾਰ ਕੇ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਸਨ। ਐਸੀ ਅਲੌਕਿਕ ਭਗਤੀ ਦੇਖ ਕੇ ਮਜ਼ਦੂਰ ਦੰਗ ਰਹਿ ਗਏ। ਸਾਰਿਆਂ ਨੇ ਬਾਲ ਸ਼੍ਰੀ ਤੇਗ ਬਹਾਦਰ ਜੀ ਅੱਗੇ ਸੀਸ ਝੁਕਾਇਆ। ਇੰਨੇ ਨੂੰ ਉਹਨਾਂ ਦੇ ਨਾਨਾ ਸ਼੍ਰੀ ਨਾਰਾਇਣ ਦਾਸ ਜੀ ਵੀ ਖੇਤ ਦਾ ਕੰਮ ਦੇਖਣ ਪਹੁੰਚ ਗਏ। ਉਹ ਵੀ ਬਾਲ ਸਤਿਗੁਰੂ ਤੇਗ ਬਹਾਦਰ ਜੀ ਦਾ ਖੇਤ ਵਿਚਕਾਰ ਭਗਤੀ ਵਿੱਚ ਲੀਨ ਚੌਂਕੜਾ ਵੱਜਾ ਦੇਖ ਕੇ ਚਕਿਤ ਰਹਿ ਗਏ। ਉਹਨਾਂ ਨੇ ਅੱਗੇ ਵੱਧ ਕੇ ਬਾਲਾ ਪ੍ਰੀਤਮ ਤੇਗ ਬਹਾਦਰ ਜੀ ਨੂੰ ਬਾਂਹ ਤੋਂ ਫੜ ਕੇ ਉਠਾਇਆ ਤੇ ਪਿਆਰ ਸਤਿਕਾਰ ਨਾਲ ਘਰ ਲਿਆਏ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬੇ ਬਕਾਲੇ 26 ਸਾਲ 9 ਮਹੀਨੇ ਤੇ 13 ਦਿਨ ਤਪੱਸਿਆ ਕੀਤੀ। ਇਸ ਸਥਾਨ ਤੋਂ ਹੀ ਗੁਰੂ ਜੀ ਨੇ ਭਾਈ ਮੱਖਣ ਸ਼ਾਹ ਲੁਬਾਣੇ ਦਾ ਡੁੱਬਦਾ ਬੇੜਾ ਪਾਰ ਲਗਾਇਆ ਸੀ। ਇੱਥੇ ਹੀ ਮੱਖਣ ਸ਼ਾਹ ਨੇ ਸਾਚਾ ਗੁਰੂ ਲਾਧੋਰੇ ਦਾ ਹੋਕਾ ਦੇ ਕੇ ਗੁਰੂ ਜੀ ਨੂੰ ਪ੍ਰਗਟ ਕੀਤਾ ਸੀ। ਤੇਗ ਬਹਾਦਰ ਸਿਮਰਿਐ ਘਰ ਨੌ ਨਿਦ ਆਵੈ ਧਾਏ, ਸਭ ਥਾਈਂ ਹੋਏ ਸਹਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।